Students, we are on the fourth chapter, India's external relation, and we have completed the non-alignment movement and the introduction and Nehru's role. Our today's topic is distance from two camps. Two camps means USA and USSR, two superpowers. Let us start. The foreign policy of independent India vigorously pursued the dream of peaceful world by advocating the policy of the non-alignment, by reducing Cold War tensions, and by contributing human resources to the UN peacekeeping operations. ਫੋਰਨ ਪੋਲਿਸੀ ਇੰਡੀਪੈਂਡੈਂਟ ਇੰਡੀਆ ਦੀ ਫੋਰਨ ਪੋਲਿਸੀ ਸੀ, ਉਸ ਦਾ ਡ੍ਰੀਮ ਸੀਗਾ ਕਿ ਇੱਕ ਪੀਸਫੁਲ ਵਰਲਡ ਕ੍ਰੀਏਟ ਕੀਤਾ ਜਾਵੇ ਬਾਈ ਐਡਵੋਕੇਟਿੰਗ ਦ ਪੋਲਿਸੀ ਆਫ ਦ ਨਾਨ ਅਲਾਈਨਮੈਂਟ, ਬਾਈ ਸਟਾਰਟਿੰਗ ਦ ਨਾਨ ਅਲਾਈਨਮੈਂਟ ਮੂਵਮੈਂਟ, ਔਰ ਕੋਲਡ ਵੋਰ ਟੈਂਸ਼ਨਸ ਨੂੰ ਰਿਡਿਊਸ ਕੀਤਾ ਜਾਵੇ, ਹਿਊਮਨ ਰਿਸੋਰਸਿਸ ਨੂੰ ਕੰਟਰੀਬਿਊਟ ਕੀਤਾ ਜਾਵੇ, UN ਪੀਸ ਕੀਪਿੰਗ ਆਪਰੇਸ਼ਨਸ ਨੇ ਜਿਹੜੇ ਉਹਨਾਂ ਨੂੰ ਹੋਰ ਇਨਕਰੀਜ਼ ਕੀਤਾ ਜਾਵੇ. ਯੂ ਮਾਈਟ ਆਸਕ ਵਾਈ ਇੰਡੀਆ ਡਿਡ ਨਾਟ ਜੁਆਇਨ ਦ ਆਈਦਰ ਆਫ ਦ ਟੂ ਕੈਂਪਸ ਡਿਊਰਿੰਗ ਦ ਕੋਲਡ ਵਾਰ ਇਰਾ. India wanted to keep away from the military alliances led by the US and Soviet Union means USSR against each other. If you want to ask why India didn't join either of the two camps during the Cold War era, then answer is that because India wanted to keep away from these two superpowers from their military alliances. India ਉਹਨਾਂ ਦੇ military alliances ਤੋਂ ਇਹਨਾਂ ਦੋ superpowers ਤੋਂ ਦੂਰ ਰਹਿਣਾ ਚਾਹੁੰਦਾ ਸੀਗਾ, ਜਿਹੜੇ ਕਿ ਆਪਸ ਦੇ ਵਿੱਚ ਮਿਲਟਰੀ ਅਲਾਇੰਸਿਸ ਦੇ ਵਿੱਚ ਜਿਨ੍ਹਾਂ ਦੀ ਲੜਾਈ ਚੱਲ ਰਹੀ ਸੀ, ਜੋ ਇੱਕ ਦੂਜੇ ਦੇ ਅਗੇਂਸਟ ਸੀਗੇ. ਡਿਊਰਿੰਗ ਦ ਕੋਲਡ ਵਾਰ ਦ US ਲੈਡ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਮੀਨਸ ਨਾਟੋ ਮੀਨਸ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਐਂਡ ਸੋਵੀਅਤ ਯੂਨੀਅਨ ਲੈਡ ਵਾਰਸੋ ਪੈਕਟ came into existence. These both NATO and Warsaw Pact came into existence. ਇਸ ਦੀ ਡਿਟੇਲ ਜਿਹੜੀ ਤੁਹਾਨੂੰ ਦੂਸਰੀ ਬੁੱਕ ਹੈ ਜਿਹੜੀ ਉਸ ਦੇ ਵਿੱਚ ਦਿੱਤੀ ਜਾਊਗੀ, ਡਿਟੇਲਡ ਸਟੱਡੀ ਉਸ ਦੀ ਹੈਗੀ. This advocated non-alignment as the ideal foreign policy approach. This was difficult balancing act and sometimes the balance did not appear perfect. ਤਾਂ ਬੈਲੈਂਸ ਬਣਾਉਣਾ, ਇਸ ਨੋਨ ਅਲਾਈਨਮੈਂਟ ਨੂੰ ਮੂਵਮੈਂਟ ਨੂੰ ਚਲਾਉਣਾ ਔਰ ਇਹਦੇ ਨਾਲ ਫੋਰਨ ਪੋਲਿਸੀ ਨੂੰ ਚਲਾਉਣਾ, ਇਹਦੇ ਵਿੱਚ ਇੱਕ ਬੈਲੈਂਸ ਬਣਾਉਣਾ ਡਿਫੀਕਲਟ ਟਾਸਕ ਸੀਗਾ. ਕਈ ਵਾਰੀ ਇਹ ਪ੍ਰੋਬਲਮ ਹੈ ਜਿਹੜੀ ਫੇਸ ਕਰਨੀ ਪਈ ਸੀ. In 1956 when Britain attacked Egypt over the Suez Canal issue, India led the world protest against this new colonial invasion. 1956 ਦੇ ਵਿੱਚ ਜਦੋਂ ਬ੍ਰਿਟੇਨ ਨੇ ਇਜਿਪਟ ਦੇ ਵਿੱਚ ਸੁਏਜ਼ ਨਹਿਰ ਦੇ ਉੱਪਰ ਕੈਨਾਲ ਦੇ ਉੱਪਰ ਅਟੈਕ ਕੀਤਾ ਸੀਗਾ, ਤਾਂ ਉਸ ਸਮੇਂ ਇੰਡੀਆ ਲੈਡ ਦਾ ਪ੍ਰੋਟੈਸਟ ਅਗੇਂਸਟ ਦਿਸ ਨਿਊ ਕਲੋਨੀਅਲ ਇਨਵੇਸ਼ਨ. ਇਸ ਇਨਵੇਸ਼ਨ ਦੇ ਖਿਲਾਫ ਇੰਡੀਆ ਨੇ ਪ੍ਰੋਟੈਸਟ ਜਿਹੜਾ ਉਹ ਕੀਤਾ ਸੀਗਾ. ਬਟ ਇਨ ਦ ਸੇਮ ਈਅਰ ਵੈਨ ਦ USSR ਇਨਵੇਡਡ ਹੰਗਰੀ, ਬ੍ਰਿਟੇਨ ਨੇ ਤਾਂ ਅਟੈਕ ਕੀਤਾ ਸੀ ਸੁਏਜ਼ ਕੈਨਾਲ 'ਤੇ ਐਂਡ USSR ਨੇ ਇਨਵੇਡ ਕੀਤਾ ਸੀ ਹੰਗਰੀ 'ਤੇ, ਉਸ 'ਤੇ ਹਮਲਾ ਕੀਤਾ ਸੀ. ਇੰਡੀਆ ਡਿਡ ਨਾਟ ਜੁਆਇਨ ਇਟਸ ਪਬਲਿਕ ਕੰਡੈਮਨੇਸ਼ਨ, ਪਰ ਇੰਡੀਆ ਨੇ ਜੁਆਇਨ ਨਹੀਂ ਕੀਤਾ ਇਸ ਦੀ ਪਬਲਿਕ ਕੰਡੈਮਨੇਸ਼ਨ ਨੂੰ. ਡਿਸਪਾਈਟ ਸੱਚ ਅ ਸਿਚੁਏਸ਼ਨ ਬਾਈ ਐਂਡ ਲਾਰਜ ਇੰਡੀਆ did take an independent stand variously international issues and could not get aid and assistance from the members of the both and blocs. ਕਿਉਂਕਿ ਇੰਡੀਆ ਜਿਹੜਾ ਉਹ ਅਲੱਗ ਰਿਹਾ ਸੀਗਾ, ਨੋਨ ਅਲਾਈਨਮੈਂਟ ਮੂਵਮੈਂਟ ਦੇ ਵਿੱਚ ਰਿਹਾ ਸੀਗਾ, ਉਸ ਸਿਸਟਮ ਦੇ ਵਿੱਚ ਆਇਆ ਸੀਗਾ, ਤਾਂ ਇਸ ਨੂੰ ਕਿਸੇ ਦੀ ਵੀ ਅਸਿਸਟੈਂਸ ਆ ਜਿਹੜੀ ਦੋਨਾਂ ਬਲੋਕਸ ਦੇ ਵਿੱਚੋਂ ਕਿਸੇ ਦੀ ਵੀ ਅਸਿਸਟੈਂਸ ਆ ਜਿਹੜੀ ਇਸ ਨੂੰ ਨਾ ਮਿਲ ਸਕੀ. While India was trying to convince the other developing countries about the policy of the non-alignment, Pakistan joined the US-led military alliances. While India was trying to convince the other developing countries, ਜਦੋਂ ਇੰਡੀਆ ਦੂਜੇ ਡਿਵੈਲਪਿੰਗ ਕੰਟਰੀਜ਼ ਨੂੰ ਫੋਰਸ ਕਰ ਰਿਹਾ ਸੀ, ਕਨਵਿੰਸ ਕਰ ਰਿਹਾ ਸੀ ਕਿ ਨੋਨ ਅਲਾਈਨਮੈਂਟ ਮੂਵਮੈਂਟ ਦੇ ਵਿੱਚ ਆਓ, ਨੋਨ ਅਲਾਈਨਮੈਂਟ ਸਿਸਟਮ ਨੂੰ ਜੁਆਇਨ ਕਰੋ, ਨਾ ਕਿ ਕਿਸੇ ਵੀ ਸੁਪਰ ਪਾਵਰ ਨੂੰ ਤੁਸੀਂ ਜੁਆਇਨ ਕਰੋ, ਵੈਦਰ ਇਟ ਇਜ਼ US ਔਰ USSR, ਕਿ ਉਹਨਾਂ ਤੋਂ ਅਲੱਗ ਹੀ ਰਹੋ. ਦੈਨ ਪਾਕਿਸਤਾਨ ਜੁਆਇਨਡ ਦਾ US ਲੈਡ ਮਿਲਟਰੀ ਅਲਾਇੰਸਿਸ. ਪਾਕਿਸਤਾਨ ਨੇ US ਨੂੰ ਜੁਆਇਨ ਕਰ ਲਿਆ. US was not happy with about India's independent initiatives and the policy of the non-alignment. US was not happy with these initiatives of non-alignment movement.
ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਇੰਡੀਆ ਜਿਹੜਾ ਉਹ ਇਸ ਪੋਲਿਸੀ ਨੂੰ ਚਲਾਵੇ, ਇਸ ਨੋਨ ਅਲਾਈਨਮੈਂਟ ਮੂਵਮੈਂਟ ਨੂੰ ਚਲਾਵੇ ਅਤੇ ਇੰਡੀਪੈਂਡੈਂਟ ਰਹੇ। ਉਸ ਨੂੰ US ਚਾਹੁੰਦਾ ਸੀ ਕਿ ਇੰਡੀਆ US ਦੇ ਨਾਲ ਆ ਕੇ ਮਿਲੇ। Therefore, there was a considerable unease in Indo-US relations during 1950s. That's why there is some unease in Indo-US relations during the 1950s, because India didn't join the US or the USSR, either of the blocs. That's why US got angry with India। ਤਾਂ US ਹੈ ਜਿਹੜਾ ਉਹ ਇੰਡੀਆ ਦੇ ਨਾਲ ਥੋੜ੍ਹਾ ਉਸਦੇ ਰਿਲੇਸ਼ਨਸ ਨੇ ਜਿਹੜੇ ਉਹਨਾਂ ਦੇ ਵਿੱਚ ਅਨਈਜ਼ ਵਿਗਾੜ ਆ ਗਿਆ ਸੀ ਡਿਊਰਿੰਗ ਦਾ 1950s। US ਆਲਸੋ ਰਿਸੈਂਟਡ ਇੰਡੀਆਜ਼ ਗਰੋਇੰਗ ਪਾਰਟਨਰਸ਼ਿਪ ਵਿਦ ਦਾ ਸੋਵੀਅਤ ਯੂਨੀਅਨ। US ਨੂੰ ਇਸ ਚੀਜ਼ ਦਾ ਵੀ ਰੋਸ ਸੀਗਾ ਕਿ ਇੰਡੀਆ ਜਿਹੜਾ ਉਹ ਉਹਦੀ ਪਾਰਟਨਰਸ਼ਿਪ ਸੋਵੀਅਤ ਯੂਨੀਅਨ ਦੇ ਨਾਲ USSR ਦੇ ਨਾਲ ਇਨਕਰੀਜ਼ ਹੁੰਦੀ ਜਾ ਰਹੀ ਹੈਗੀ। ਤਾਂ ਉਹ ਇਸ ਮਾਮਲੇ ਦੇ ਵਿੱਚ ਵੀ ਇੰਡੀਆ ਥੋੜ੍ਹਾ ਜਿਹਾ ਖਫਾ ਸੀ। You have studied in the last chapter the strategy of the planned economic development adopted by India. This policy emphasizes import substitution. The emphasis on developing a resource base also meant that export-oriented growth was limited. In the last chapter, we politics of planned development. We have studied about the 5-year plans, in which export-oriented growth was limited. That's why India's economic system got affected. This development strategy limited India's economic interaction with the outside world, क्योंकि export import है ਜਿਹੜਾ ਉਹ limited कर ਦਿੱਤਾ ਗਿਆ ਸੀ। That's why interaction है ਜਿਹੜੀ development ਦੇ ਨਾਲ related interaction है outside world है ਜਿਹੜੀ ਉਹ limited ਹੋ ਗਈ ਸੀ। Afro-Asian unity. Yet, given its size, location and power potential, Nehru envisaged a major role for India in the world affairs and especially in the Asian affairs. Nehru's role in Asian affairs was a major role. His era was marked by the establishment of the contacts between the India and the other newly independent states in the Asia and Africa. ਉਸ ਦੇ ਟਾਈਮ ਦੇ ਵਿੱਚ ਉਸ ਦੇ ਟਾਈਮ ਪੀਰੀਅਡ ਦੇ ਵਿੱਚ ਇੰਡੀਆ ਦਾ ਏਸ਼ੀਅਨ ਅਫਰੀਕਨ ਸਟੇਟਸ ਦੇ ਨਾਲ ਰਿਲੇਸ਼ਨ ਜਿਹੜਾ ਕੰਟੈਕਟ ਹੈ ਜਿਹੜਾ ਉਹ ਕਾਫੀ ਅੱਛਾ ਇਸਟੈਬਲਿਸ਼ਡ ਹੋਇਆ ਸੀਗਾ। Throughout the 1940s and 1950s, Nehru had been an ardent advocate of the Asian unity. During 1940s and 50s, he was the advocate of the Asian unity. Under his leadership, India convened the Asian Relations Conference in March 1947. Conference was held in March 1947, 5 months ahead of attaining the independence. India made earnest efforts for the early realization of the freedom of Indonesia from the Dutch colonial regime by convening an international conference in the 1949 to support its freedom struggle. 1949 ਦੇ ਵਿੱਚ ਫਿਰ ਇੱਕ ਇੰਟਰਨੈਸ਼ਨਲ ਕਾਨਫਰੰਸ ਕੀਤੀ ਗਈ ਫਰੀडम ਸਟਰਗਲ ਨੂੰ ਸਪੋਰਟ ਕਰਨ ਦੇ ਲਈ, ਜਿਸ ਦੇ ਵਿੱਚ ਫਰੀडम ਆਫ ਇੰਡੋਨੇਸ਼ੀਆ ਜਿਹੜੀ ਹੈਗੀ ਡੱਚ ਲੋਕਾਂ ਤੋਂ, ਡੱਚ ਕਲੋਨੀਅਲ ਰਿਜ਼ਮ ਤੋਂ ਇੰਡੋਨੇਸ਼ੀਆ ਦੇ ਲੋਕਾਂ ਨੂੰ ਫਰੀडम ਦਿਵਾਉਣ ਦੇ ਬਾਰੇ ਸੀ। ਇੰਡੀਆ ਵਾਜ਼ ਅ ਸਟਾਂਚ ਸਪੋਰਟਰ ਆਫ ਦ ਡੀਕਲੋਨੀਲਾਈਜੇਸ਼ਨ ਪ੍ਰੋਸੈਸ ਐਂਡ ਫਰਮਲੀ ਅਪੋਜ਼ਡ ਰੇਸ਼ਿਜ਼ਮ especially apartheid in the South Africa. ਇੰਡੀਆ ਵੀ ਡੀਕਲੋਨੀਲਾਈਜੇਸ਼ਨ ਦਾ ਇੱਕ ਵਧੀਆ ਸਪੋਰਟਰ ਸੀਗਾ ਉਸ ਪ੍ਰੋਸੈਸ ਦਾ, ਔਰ ਇਹ ਰੇਸਿਜ਼ਮ ਦੇ ਬਿਲਕੁਲ ਖਿਲਾਫ ਸੀ ਕਿ ਰੇਸਿਜ਼ਮ ਹੈ ਜਿਹੜਾ ਉਹ ਨਹੀਂ ਹੋਣਾ ਚਾਹੀਦਾ। The Afro-Asian conferences held in the Indonesia city of the Bandung in 1955, commonly known as the Bandung Conference। ਜੋ ਕਾਨਫਰੰਸ ਐਫਰੋ ਏਸ਼ੀਅਨ ਕਾਨਫਰੰਸ ਹੋਈ ਸੀ ਇੰਡੋਨੇਸ਼ੀਆ ਦੇ ਇੱਕ ਬੈਂਡੰਗ ਸਿਟੀ ਦੇ ਵਿੱਚ 1955 ਦੇ ਵਿੱਚ, ਦੈਟ ਵਾਜ਼ ਨੋਨ ਐਜ਼ ਦਾ ਬੈਂਡੰਗ ਕਾਨਫਰੰਸ। ਉਸ ਨੂੰ ਬੈਂਡੰਗ ਕਾਨਫਰੰਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਾਰਕਡ ਦਾ ਜੇਨਿਥ ਆਫ ਦ ਇੰਡੀਆਜ਼ ਐਨਗੇਜਮੈਂਟ ਵਿਦ ਦ ਨਿਊਲੀ ਇੰਡੀਪੈਂਡੈਂਟ ਏਸ਼ੀਅਨ ਅਫਰੀਕਨ ਨੇਸ਼ਨਸ। ਦ ਬੈਂਡੰਗ ਕਾਨਫਰੰਸ ਲੇਟਰ ਲੈਡ ਟੂ ਦ ਇਸਟੈਬਲਿਸ਼ਮੈਂਟ ਆਫ ਦ ਨਾਮ। ਇਸ ਬੈਂਡੰਗ ਕਾਨਫਰੰਸ ਤੋਂ ਹੀ ਅੱਗੇ ਜਾ ਕੇ ਨਾਮ ਹੈ ਜਿਹੜੀ ਉਸ ਦੀ ਇਸਟੈਬਲਿਸ਼ਮੈਂਟ ਹੋਈ ਸੀ ਨੋਨ ਅਲਾਈਨਮੈਂਟ ਮੂਵਮੈਂਟ। The first summit of the non-alignment movement was held in the Belgrade in September 1961. First summit ਹੈ ਜਿਹੜਾ ਉਹ ਬੈਲਗ੍ਰੇਡ ਦੇ ਵਿੱਚ 1961 ਸੈਪਟੈਂਬਰ ਦੇ ਵਿੱਚ ਹੋਇਆ ਸੀ। Nehru was co-founder of the
ਨਹਿਰੂ ਸੀ ਜਿਹੜਾ ਉਹ ਇਸ ਨੋਨ ਅਲਾਈਨਮੈਂਟ ਮੂਵਮੈਂਟ ਦੇ ਉਹਨਾਂ ਨੂੰ ਫਾਊਂਡਰ ਮੰਨਿਆ ਜਾਂਦਾ ਹੈਗਾ, ਨਹਿਰੂ ਜੀ ਨੂੰ।